ਹੈਲੋ ਫਰੈਂਡਸ, ਅੱਜ ਅਸੀਂ ਇਸ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ ਇੰਡੀਅਨ ਐਵੀਡੈਂਸ ਐਕਟ 1872 ਦਾ ਬਹੁਤ ਹੀ ਇੰਪੋਰਟੈਂਟ ਕਨਸੈਪਟ ਡਾਈਂਗ ਡੈਕਲੇਰੇਸ਼ਨ। ਇਸ ਲੈਕਚਰ ਦੇ ਵਿੱਚ ਅਸੀਂ ਸਿੱਖਾਂਗੇ ਕਿ ਡਾਈਂਗ ਡੈਕਲੇਰੇਸ਼ਨ ਕੀ ਹੁੰਦੀ ਹੈ ਤੇ ਡਾਈਂਗ ਡੈਕਲੇਰੇਸ਼ਨ ਨੂੰ ਇੰਡੀਅਨ ਐਵੀਡੈਂਸ ਐਕਟ 1872 ਦੇ ਵਿੱਚ ਅਸੀਂ ਕਿਸ ਤਰੀਕੇ ਨਾਲ ਰੈਲੀਵੈਂਟ ਤੇ ਐਡਮਿਸਿਬਲ ਬਣਾਉਂਦੇ ਹਾਂ। ਜੇ ਅਸੀਂ ਇੰਡੀਅਨ ਐਵੀਡੈਂਸ ਐਕਟ 1872 ਦੀ ਡੈਫੀਨੇਸ਼ਨ ਕਲੌਜ਼ ਦੇਖੀਏ ਤਾਂ ਕਿਤੇ ਵੀ ਡਾਈਂਗ ਡੈਕਲੇਰੇਸ਼ਨ ਨੂੰ ਇਸ ਐਕਟ ਦੇ ਵਿੱਚ ਡਿਫਾਈਨ ਨਹੀਂ ਕੀਤਾ ਗਿਆ। ਪਰ ਜਦੋਂ ਅਸੀਂ ਸੈਕਸ਼ਨ 32 ਸਬਸੈਕਸ਼ਨ 1 ਦੇ ਵਿੱਚ ਦੀ ਰੀਡਿੰਗ ਕਰਦੇ ਹਾਂ ਤਾਂ ਉੱਥੋਂ ਕਨਸੈਪਟ ਆਫ ਡਾਈਂਗ ਡੈਕਲੇਰੇਸ਼ਨ ਇਜ਼ ਮੇਡ ਕਲੀਅਰ। ਤਾਂ ਡਾਈਂਗ ਡੈਕਲੇਰੇਸ਼ਨ ਇੱਕ ਸਟੇਟਮੈਂਟ ਹੁੰਦੀ ਆ ਉਸ ਵਿਅਕਤੀ ਦੇ ਦੁਆਰਾ ਜੋ ਕਿ ਮਰ ਚੁੱਕਾ ਹੈ, ਜਿਸ ਸਟੇਟਮੈਂਟ ਦੇ ਵਿੱਚ ਉਹਨੇ ਦੱਸਿਆ ਹੈ ਕਿ ਉਹਦੀ ਮੌਤ ਦਾ ਕਾਰਨ ਕੀ ਸੀ ਤੇ ਜਾਂ ਉਹਦੀ ਮੌਤ ਕਿਹੜੇ ਕਿਹੜੇ ਸਰਕਮਸਟੈਂਸਿਸ ਦੇ ਵਿੱਚ ਹੋਈ ਸੀ। ਜਦੋਂ ਕਿਸੇ ਕੇਸ ਦੇ ਵਿੱਚ ਉਹਦੀ ਡੈਥ ਕਿਸ ਤਰੀਕੇ ਨਾਲ ਹੋਈ ਆ, ਇਹ ਕੁਐਸਚਨ ਦੇ ਵਿੱਚ ਆ ਜਾਂਦੀ ਹੈ। ਮੰਨ ਲਓ ਫॉर ਐਗਜ਼ਾਮਪਲ ਦੇ ਤੌਰ ਦੇ ਉੱਤੇ ਇਹ ਮਰ ਗਿਆ ਤੇ ਕੋਰਟ ਆਫ ਲਾਅ ਦੇ ਵਿੱਚ ਇਹ ਕੁਐਸਚਨ ਅਰਾਈਜ਼ ਹੋ ਰਿਹਾ ਹੈ ਕਿ ਕਿਸ ਇਨਸਾਨ ਨੇ ਉਸ ਨੂੰ ਮਾਰਿਆ ਐਂਡ ਵੈਦਰ ਇਟ ਇਜ਼ ਦੀ ਮਰਡਰ ਔਰ ਵੈਦਰ ਇਟ ਇਜ਼ ਦੀ ਸੁਸਾਈਡ, whether it was the natural death or whether it was the accidental death। तो अगर मान लो किसी व्यक्ति ने, जो कि व्यक्ति मर चुका है, उन्हें कोई स्टेटमेंट दी सी अपनी मौत के कारण के रिगार्डिंगली ਤੇ ਜਾਂ ਉਹਨਾਂ ਸਾਰੇ ਸਰਕਮਸਟੈਂਸਿਸ ਦੇ ਬਾਰੇ ਉਹਨੇ ਕੋਈ ਸਟੇਟਮੈਂਟ ਦਿੱਤੀ ਸੀ ਜਿਨ੍ਹਾਂ ਸਰਕਮਸਟੈਂਸਿਸ ਦੇ ਕਰਕੇ ਉਹਦੀ ਡੈਥ ਹੋਈ ਆ, तो that statement will be regarded as dying declaration under section 32 subsection 1 of the act। आओ जी एक बार पढ़ देना। However, after reading section 32 subsection 1 of the act, it can be said that dying declaration is a statement which is made by a person who is dead, and this statement was made by the person as to the cause of his death or as to any circumstances of the transaction resulting in his death in cases in which his death comes into question। Section 32 subsection 1 ਦੇ ਵਿੱਚ ਸਿਰਫ ਉਹੀ ਸਟੇਟਮੈਂਟ ਜੋ ਕਿ ਉਹਦੀ ਡੈਥ ਤੋਂ ਪਹਿਲਾਂ ਇੱਕ ਵਿਅਕਤੀ ਆਪਣੀ ਡੈਥ ਤੋਂ ਪਹਿਲਾਂ ਦਿੰਦਾ ਏ, ਉਸ ਸਟੇਟਮੈਂਟ ਨੂੰ ਡਾਈਂਗ ਡੈਕਲੇਰੇਸ਼ਨ ਕਿਹਾ ਗਿਆ ਹੈ। ਇਸ ਤੋਂ ਇਲਾਵਾ the statement that is given before and which explain the cause of his death is also dying declaration। ਤੇ ਇਸ ਤੋਂ ਇਲਾਵਾ ਉਹ ਸਟੇਟਮੈਂਟ ਜੋ ਕਿ ਉਹਦੀ ਮੌਤ ਤੋਂ ਪਹਿਲਾਂ ਦਿੱਤੀ ਗਈ ਸੀ ਕਿ ਉਹਦੇ ਡੈਥ ਦੇ ਕਾਜ਼ ਨੂੰ ਐਕਸਪਲੇਨ ਕਰਦੀ ਪਈ ਹੈ, ਉਸ ਨੂੰ ਅਸੀਂ ਡਾਈਂਗ ਡੈਕਲੇਰੇਸ਼ਨ ਕਵਾਂਗੇ। I want to read in section 32 subsection 1 of the Indian Evidence Act 1872, the only statement that is given just before the death is dying declaration। Also the statement that is given before and which explain the cause of death is also dying declaration। dying declaration ਇੱਕ deceased ਵਿਅਕਤੀ ਦੀ relevant ਹੈਗੀ ਹੈ section number 32 of Indian Evidence Act 1872 ਦੇ ਵਿੱਚ। ਚਾਹੇ ਉਸ ਵਿਅਕਤੀ ਨੂੰ ਪਤਾ ਸੀ, ਚਾਹੇ ਉਸ ਵਿਅਕਤੀ ਨੂੰ ਨਹੀਂ ਸੀ ਪਤਾ ਕਿ ਉਹਨੇ ਥੋੜੀ ਦੇਰ ਬਾਅਦ ਵਿੱਚ ਸਟੇਟਮੈਂਟ ਦੇਣ ਤੋਂ ਬਾਅਦ ਮਰ ਜਾਣਾ ਵਾ, ਤੇ ਚਾਹੇ ਨੇਚਰ ਆਫ ਦੀ ਪ੍ਰੋਸੀਡਿੰਗ ਕੁਝ ਵੀ ਆ, ਚਾਹੇ ਸਿਵਲ ਪ੍ਰੋਸੀਡਿੰਗ ਆ, ਚਾਹੇ ਕ੍ਰਿਮੀਨਲ ਪ੍ਰੋਸੀਡਿੰਗ ਆ, ਅਗਰ ਕਿਸੇ ਕੇਸ ਦੇ ਵਿੱਚ ਉਹਦੀ ਡੈਥ ਕਿੱਦਾਂ ਹੋਈ ਆ, ਅਗਰ ਇਹ ਕੁਐਸਚਨ ਕੋਰਟ ਆਫ ਲਾਅ ਦੇ ਸਾਹਮਣੇ ਆਂਦਾ ਏ ਤੇ ਉਸ ਵਿਅਕਤੀ ਦੇ ਦੁਆਰਾ ਦਿੱਤੀ ਗਈ ਸਟੇਟਮੈਂਟ ਰੈਲੀਵੈਂਟ ਹੋਏਗੀ ਸੈਕਸ਼ਨ ਨੰਬਰ 32 ਆਫ ਇੰਡੀਅਨ ਐਵੀਡੈਂਸ ਐਕਟ 1872 ਦੇ ਵਿੱਚ। ਇਟ ਵਾਸ ਹੈਲਡ ਬਾਈ ਦ ਸੁਪਰੀਮ ਕੋਰਟ ਆਫ ਇੰਡੀਆ in Ram Bihari Yadav versus State of Bihar, AIR 1988, Supreme Court 1850 page number। So I want to read, dying declaration of a deceased is relevant under section 32 of Indian Evidence Act 1872 whether the person who made there was or was not at the time when he made the statement under the expectation of his death and whatever may be the nature of proceedings in which the cause of his death comes into question। It was held in the case of Ram Bihari Yadav versus State of Bihar 1988 Supreme Court 1850। ਜਦੋਂ ਅਸੀਂ ਡਾਈਂਗ ਡੈਕਲੇਰੇਸ਼ਨ ਦੇ ਸ਼ਬਦਾਂ ਦੀ ਗੱਲ ਕਰੀਏ ਤਾਂ ਡਾਈਂਗ ਡੈਕਲੇਰੇਸ਼ਨ ਦੇ ਸ਼ਬਦ ਹੀ ਇਹਦੇ ਮਤਲਬ ਨੂੰ ਐਕਸਪਲੇਨ ਕਰ ਦਿੰਦੇ ਆ ਕਿ ਇਟ ਇਜ਼ ਦੀ ਡਾਈਂਗ ਡੈਕਲੇਰੇਸ਼ਨ। तो ਇਹ ਮਰੇ ਹੋਏ ਵਿਅਕਤੀ ਦੀ ਇੱਕ ਡੈਕਲੇਰੇਸ਼ਨ ਆ। ਇਟ ਮੇ ਬੀ ਇਨ ਰਿਟਨ ਫਾਰਮ ਔਰ ਇਟ ਮੇ ਬੀ ਇਨ ਵਰਬਲ ਫਾਰਮ। So it means a written or verbal statement of relevant fact made by a person who is about to die or is dead is called dying declaration। It is a statement of a person who knew the cause of his death। ਇਹ ਉਸ ਵਿਅਕਤੀ ਦੀ ਸਟੇਟਮੈਂਟ ਆ ਜਿਸਨੂੰ ਆਪਣੀ ਡੈਥ ਦੇ ਕਾਜ਼ ਦੇ ਬਾਰੇ ਪਤਾ ਸੀ, ਤਾਂ ਜਿਸ ਨੂੰ ਆਪਣੇ ਡੈਥ ਹੋਣ ਦੇ ਕਿਹੜੇ ਕਿਹੜੇ ਸਰਕਮਸਟੈਂਸਿਸ ਹੈਗੇ ਹੀ ਉਹਦੇ ਬਾਰੇ ਇਲਮ ਹੈਗਾ ਹੀ,
ਤੇ ਉਸ ਵਿਅਕਤੀ ਦੇ ਦੁਆਰਾ ਦਿੱਤੀ ਗਈ ਸਟੇਟਮੈਂਟ ਨੂੰ ਅਸੀਂ ਡਾਈਂਗ ਡਿਕਲੇਰੇਸ਼ਨ ਕਹਾਂਗੇ। ਕਿਉਂਕਿ ਨਾਰਮਲੀ ਇਹ ਗੱਲ ਕਹੀ ਜਾਂਦੀ ਆ ਕਿ ਇੱਕ ਵਿਅਕਤੀ ਪਰਮਾਤਮਾ ਦੇ ਸਾਹਮਣੇ ਕਦੀ ਝੂਠੇ ਮੂੰਹ ਨਹੀਂ ਜਾਏਗਾ। ਮਰਨ ਤੋਂ ਬਾਅਦ ਵਿੱਚ ਇਹ ਗੱਲ ਮੰਨੀ ਜਾਂਦੀ ਹੈ ਕਿ ਇੱਕ ਇਨਸਾਨ ਪਰਮਾਤਮਾ ਦੇ ਕੋਲ ਚਲੇ ਜਾਂਦਾ ਹੈ, ਇਸ ਕਰਕੇ ਕਦੀ ਵੀ ਝੂਠ ਬੋਲ ਕੇ ਨਹੀਂ ਜਾਏਗਾ। That is the reason that section 32 subsection 1 makes the dying declaration as relevant। ਹੁਣ ਅਗਲਾ ਕੁਐਸਚਨ ਆਂਦਾ ਹੈ ਕਿ ਡਾਈਂਗ ਡਿਕਲੇਰੇਸ਼ਨ ਕਿਸ ਫਾਰਮ ਦੇ ਵਿੱਚ ਹੋਗੀ, whether there is any particular form to record the dying declaration। answer is there is no particular form to be employed in making a dying declaration। ਡਾਈਂਗ ਡਿਕਲੇਰੇਸ਼ਨ oral ਵੀ ਹੋ ਸਕਦੀ ਆ, ਇਹ ਇਨ ਰਾਈਟਿੰਗ ਵੀ ਹੋ ਸਕਦੀ ਆ, ਤੇ ਦੋਨਾਂ ਪਾਰਟਸ ਵਿੱਚ ਵੀ ਹੋ ਸਕਦੀ, ਮਤਲਬ ਪਾਰਟਲੀ oral ਵੀ ਹੋ ਸਕਦੀ ਹੈ ਤੇ ਪਾਰਟਲੀ ਰਾਈਟਿੰਗ ਦੇ ਵਿੱਚ ਵੀ ਹੋ ਸਕਦੀ ਹੈ। ਈਵਨ ਤੁਸੀਂ ਇਸ਼ਾਰਿਆਂ ਦੇ ਨਾਲ, ਸਾਈਨਸ ਦੇ ਨਾਲ, ਜੈਸਟਰਸ ਦੇ ਨਾਲ ਵੀ ਡਾਈਂਗ ਡਿਕਲੇਰੇਸ਼ਨ ਦੇ ਸਕਦੇ ਹੋ। ਇਟ ਮੇ ਕੰਸਿਸਟ ਆਫ ਸਮ ਸਾਈਨ ਔਰ ਜੈਸਟਰਸ ਮੇਡ ਬਾਈ ਦਾ ਡਿਸੀਜ਼ਡ। ਹੁਣ ਗੱਲ ਇਹ ਆਂਦੀ ਹੈ ਕਿ ਜੈਸਟਰ ਐਂਡ ਸਾਈਨ ਫਾਰਮ ਦੇ ਵਿੱਚ ਡਾਈਂਗ ਡਿਕਲੇਰੇਸ਼ਨ ਵੈਦਰ ਇਟ ਇਜ਼ ਰੈਲੀਵੈਂਟ। ਆਨਸਰ ਹੈਗਾ ਯੈਸ ਇਟ ਇਜ਼ ਰੈਲੀਵੈਂਟ। ਈਵਨ ਸੁਪਰੀਮ ਕੋਰਟ ਆਫ ਇੰਡੀਆ ਨੇ ਇਹ ਗੱਲ ਕਹੀ ਆ ਕਿ ਜੈਸਟਰ ਤੇ ਸਾਈਨਸ ਦੇ ਨਾਲ ਵੀ ਅਗਰ ਤੁਸੀਂ ਕੋਈ ਡਾਈਂਗ ਡਿਕਲੇਰੇਸ਼ਨ ਦਿੰਦੇ ਹੋ, ਮਤਲਬ ਤੁਸੀਂ ਨਹੀਂ, ਕੋਈ ਹੋਰ ਵਿਅਕਤੀ, ਜਿਹੜਾ ਵਿਅਕਤੀ ਮਰ ਗਿਆ, ਅਗਰ ਕੋਈ ਡਾਈਂਗ ਡਿਕਲੇਰੇਸ਼ਨ ਦਿੰਦਾ ਹੈ, that will be relevant। So gesture and sign can also form dying declaration even when the victim does not speak a word। अगर victim ने कोई एक शब्द नहीं बोलिया, ਉਹਨੇ ਸਾਰੀ ਦੀ ਸਾਰੀ ਜੋ ਸਟੇਟਮੈਂਟ ਦਿੱਤੀ ਸੀ ਆਪਣੇ ਜੈਸਟਰ ਤੇ ਸਾਈਨ ਨਾਲ ਦਿੱਤੀ ਸੀ, it can also form dying declaration। The Supreme Court of India stated that the evidentiary value of gesture and sign will depend on certain factors। ਤੇ ਜੈਸਟਰ ਤੇ ਸਾਈਨ ਦੇ ਨਾਲ ਅਗਰ ਕੋਈ ਵਿਅਕਤੀ ਡਾਈਂਗ ਡਿਕਲੇਰੇਸ਼ਨ ਦਿੰਦਾ ਹੈ, ਉਹਦੀ ਐਵੀਡੈਂਟਰੀ ਵੈਲਿਊ ਕੁਝ ਫੈਕਟਰਸ ਦੇ ਉੱਤੇ ਡਿਪੈਂਡ ਕਰਦੀ ਹੈ। ਪਹਿਲੇ ਨੰਬਰ ਦੇ ਉੱਤੇ ਇਹ ਸਟੇਟਮੈਂਟ ਰਿਕਾਰਡ ਕਿੰਨੇ ਕੀਤੀ ਸੀ, ਦੂਸਰੇ ਨੰਬਰ ਦੇ ਉੱਤੇ ਜੈਸਟਰਸ ਕੀ ਹੈਗੇ ਸੀ, ਕੁਐਸਚਨ ਕੀ ਪੁੱਛੇ ਗਏ ਸੀ, ਤੇ ਉਹਨਾਂ ਦੇ ਕੁਐਸਚਨ ਜਿਹੜੇ ਹੈਗੇ ਸੀ ਉਹ ਸਿੰਪਲ ਕੁਐਸਚਨ ਸੀ ਜਾਂ ਔਖੇ ਕੁਐਸਚਨ ਸੀ। ਇਹਨਾਂ ਸਾਰੇ ਫੈਕਟਰਸ ਨੂੰ ਧਿਆਨ ਦੇ ਵਿੱਚ ਰੱਖ ਕੇ ਸੁਪਰੀਮ ਕੋਰਟ ਆਫ ਇੰਡੀਆ ਨੇ ਕਿਹਾ ਕਿ ਜੈਸਟਰ ਤੇ ਸਾਈਨ ਦੇ ਦੁਆਰਾ ਦਿੱਤੀ ਗਈ ਡਾਈਂਗ ਡਿਕਲੇਰੇਸ਼ਨ ਦੀ ਐਵੀਡੈਂਟਰੀ ਵੈਲਿਊ ਕੀ ਹੋਏਗੀ, that is dependent on if the victim is not able to speak। ਅਗਰ ਮੰਨ ਲਓ ਵਿਕਟਮ ਬੋਲਣ ਦੇ ਲਈ ਏਬਲ ਹੀ ਨਹੀਂ ਸੀ ਹੈਗੀ, then gesture or sign can be taken as evidence। ਤੇ ਉਸ ਵਿਅਕਤੀ ਦੇ ਦੁਆਰਾ ਜੋ ਜੈਸਟਰ ਤੇ ਸਾਈਨ ਦਿੱਤੇ ਗਏ ਨੇ ਉਸ ਨੂੰ ਵੀ ਐਵੀਡੈਂਸ ਦੇ ਤੌਰ ਦੇ ਉੱਤੇ ਲਿੱਤਾ ਜਾ ਸਕਦਾ ਹੈ। ਅਗਰ ਅਸੀਂ ਨਿਰਭਇਆ ਕੇਸ ਦੀ ਗੱਲ ਕਰੀਏ 2013 ਦੇ ਵਿੱਚ ਜੋ ਦਿੱਲੀ ਦੇ ਵਿੱਚ ਰੇਪ ਕੇਸ ਹੋਇਆ ਸੀ, ਤਾਂ ਉਸ ਕੇਸ ਦੇ ਵਿੱਚ ਸੁਪਰੀਮ ਕੋਰਟ ਆਫ ਇੰਡੀਆ ਨੇ ਕਿਹਾ that a dying declaration should not necessarily be made by words or in writing। ਅਗਰ ਮੰਨ ਲਓ ਕੋਈ ਵਿਅਕਤੀ ਲਿਖ ਨਹੀਂ ਸਕਦਾ, ਅਗਰ ਇੱਕ ਵਿਅਕਤੀ ਬੋਲ ਨਹੀਂ ਸਕਦਾ ਪਰ ਇਸ਼ਾਰਿਆਂ ਨਾਲ ਆਪਣੀ ਗੱਲ ਸਮਝਾ ਸਕਦਾ ਹੈ, whether that will not form the dying declaration। ਸੁਪਰੀਮ ਕੋਰਟ ਆਫ ਇੰਡੀਆ ਨੇ ਕਿਹਾ yes it could be made through gesture as well। ਜੈਸਟਰ ਦੇ ਨਾਲ ਵੀ ਡਾਈਂਗ ਡਿਕਲੇਰੇਸ਼ਨ ਦਿੱਤੀ ਜਾ ਸਕਦੀ ਹੈ। ਤੇ ਕੁਐਸਚਨ ਆਨਸਰ ਫਾਰਮ ਦੇ ਵਿੱਚ ਕੀ ਡਾਈਂਗ ਡਿਕਲੇਰੇਸ਼ਨ ਦੇਣਾ ਜ਼ਰੂਰੀ ਹੈ? ਹਾਂ, ਵੈਸੇ ਤਾਂ ਬੈਟਰ ਇਹੀ ਹੈਗਾ ਵਾ ਕਿ ਜੇ ਐਵੀਡੈਂਟਰੀ ਵੈਲਿਊ ਦੇ ਪੁਆਇੰਟ ਆਫ ਵਿਊ ਨਾਲ ਗੱਲ ਕਰੀਏ ਕਿ ਜੋ ਡਾਈਂਗ ਡਿਕਲੇਰੇਸ਼ਨ ਆ ਉਹ ਕੁਐਸਚਨ ਆਨਸਰ ਫਾਰਮ ਦੇ ਵਿੱਚ ਹੋਣੀ ਚਾਹੀਦੀ ਹੈ। ਪਰ ਅਗਰ ਮੰਨ ਲਓ ਡਾਈਂਗ ਡਿਕਲੇਰੇਸ਼ਨ ਕੁਐਸਚਨ ਆਨਸਰ ਫਾਰਮ ਦੇ ਵਿੱਚ ਨਹੀਂ ਵੀ ਹੈਗੀ, ਤਾਂ ਵੀ ਕੋਈ ਗੱਲ ਨਹੀਂ ਹੈਗੀ। ਇਸ ਨੂੰ ਇਸ ਰੀਜ਼ਨ ਕਰਕੇ ਡਿਸਕਾਰਡਡ ਨਹੀਂ ਕੀਤਾ ਜਾ ਸਕਦਾ, ਇਹ ਨਹੀਂ ਕਿਹਾ ਜਾ ਸਕਦਾ ਨਾਓ ਦਾ ਡਾਈਂਗ ਡਿਕਲੇਰੇਸ਼ਨ ਇਜ਼ ਨਾਟ ਰੈਲੀਵੈਂਟ। Normally, it is better if the dying declaration is in question answer form, but if the dying declaration is not in question answer form, then it was held by the court that it cannot be discarded for this reason alone। ਸਟੇਟਮੈਂਟ ਜੋ ਡਾਈਂਗ ਡਿਕਲੇਰੇਸ਼ਨ ਦੀ ਹੈਗੀ ਆ, ਇਹ ਨੈਰੇਟਿਵ ਵੇ ਦੇ ਵਿੱਚ ਵੀ ਦਿੱਤੀ ਜਾ ਸਕਦੀ ਆ। ਹਾਂ, ਵਿਕਟਿਮ ਦੇ ਸਿਰਫ ਤੇ ਸਿਰਫ ਬਿਆਨ ਹੀ ਰਿਕਾਰਡ ਕੀਤੇ ਜਾ ਸਕਦੇ ਆ। ਅਗਰ ਉਹਨੇ ਕੋਈ ਇੱਕ ਪੂਰੀ ਕਹਾਣੀ ਬਣਾ ਕੇ ਦੱਸ ਦਿੱਤੀ ਕਿ that these were the circumstances in which his or her death has been caused, then that statement is also equal to the dying declaration। It is not mandatory to record it in question answer form only। ਕਿਤੇ ਵੀ ਲਾਅ ਦੇ ਵਿੱਚ ਇਹ ਨਹੀਂ ਲਿਖਿਆ ਕਿ ਡਾਈਂਗ ਡਿਕਲੇਰੇਸ਼ਨ ਨੂੰ ਕੁਐਸਚਨ ਆਨਸਰ ਫਾਰਮ ਦੇ ਵਿੱਚ ਹੀ ਲਿਖਣਾ ਵਾ। ਅਗਰ ਨੈਰੇਟਿਵ ਫਾਰਮ ਦੇ ਵਿੱਚ ਡਾਈਂਗ ਡਿਕਲੇਰੇਸ਼ਨ ਨੂੰ ਰਿਕਾਰਡ ਕਰਾਇਆ ਗਿਆ, ਅਗਰ ਜੈਸਟਰ ਫਾਰਮ ਦੇ ਵਿੱਚ ਡਾਈਂਗ ਡਿਕਲੇਰੇਸ਼ਨ ਨੂੰ ਰਿਕਾਰਡ ਕਰਾਇਆ ਗਿਆ, then that is also a valid ਡਾਈਂਗ ਡਿਕਲੇਰੇਸ਼ਨ। ਹੁਣ ਇੱਕ ਗੱਲ ਬੜੀ ਇੰਪੋਰਟੈਂਟ ਹੈ, ਮੰਨ ਲਓ ਫॉर ਐਗਜ਼ਾਮਪਲ ਦੇ ਤੌਰ ਦੇ ਉੱਤੇ ਇਫ ਅ ਵਿਕਟਿਮ ਹੂ ਇਜ਼ ਨਾਟ ਮੈਂਟਲੀ ਫਿਟ, ਕਿ ਉਹਦੀ ਡਾਈਂਗ ਡਿਕਲੇਰੇਸ਼ਨ ਨੂੰ ਅਸੀਂ ਰੈਲੀਵੈਂਟ ਕਰ ਸਕਦੇ ਹਾਂ? ਆਨਸਰ ਹੈਗਾ ਨਹੀਂ। ਇੱਕ ਗੱਲ ਬੜੀ ਇੰਪੋਰਟੈਂਟ ਆ, ਪਹਿਲੇ ਨੰਬਰ ਦੇ ਉੱਤੇ ਵਿਕਟਿਮ ਦੀ ਹੈਲਥ ਨੂੰ ਐਗਜ਼ਾਮਿਨ ਕਰਨਾ ਬਹੁਤ ਜ਼ਰੂਰੀ ਹੈ। While recording the statement of the victim, it is very important to examine the health of the victim। It can be possible that he is making stories in the presence of drug given। ਕੋਈ ਅਗਰ ਮੰਨ ਲਓ ਕਿਸੇ ਵਿਕਟਿਮ ਨੂੰ ਕੋਈ ਨਸ਼ਾ ਦਿੱਤਾ ਹੋਇਆ ਹੈ, ਡਰੱਗਸ ਦਿੱਤੇ ਹੋਏ ਨੇ, ਤਾਂ ਡਰੱਗਸ ਦੇ ਵਿੱਚ ਵੀ ਉਹ ਅਜੀਬੋ ਗਰੀਬ ਸਟੋਰੀਆਂ ਬਣਾਉਂਦਾ ਰਹੇ। It can also be possible।
तो जुडिशियल मैजिस्ट्रेट की ड्यूटी बनती है, जुडिशियल मैजिस्ट्रेट इस गल ਨੂੰ ਸੈਟੀਸਫਾਈ ਕਰੇ ਕਿ ਵਿਕਟਮ ਫਿਟ ਕੰਡੀਸ਼ਨ ਦੇ ਵਿੱਚ ਹੈਗਾ ਹੀ to give a dying declaration. Judicial magistrate should satisfy himself that victim is in a fit condition to give a statement. तो जुडिशियल मैजिस्ट्रेट ਨੂੰ ਇੱਕ ਸਰਟੀਫਿਕੇਟ ਲੈਣਾ ਚਾਹੀਦਾ ਵਾ ਡਾਕਟਰ ਦੇ ਕੋਲੋਂ ਕਿ ਜੋ ਵਿਕਟਮ ਹੈਗਾ ਵਾ ਮੈਡੀਕਲੀ ਫਿਟ ਹੈਗਾ ਵਾ ਟੂ ਗਿਵ ਦਾ ਸਟੇਟਮੈਂਟ. The certificate should be obtained by the judicial magistrate from the doctor before examining the victim. ਇਸ ਸਰਟੀਫਿਕੇਟ ਨੂੰ ਕੋਰਟ ਦੇ ਵਿੱਚ ਸਾਬਤ ਕੀਤਾ ਜਾ ਸਕਦਾ ਹੈ ਕਿ ਜੋ ਸਟੇਟਮੈਂਟ ਡਿਸੀਜ਼ਡ ਦੇ ਦੁਆਰਾ ਦਿੱਤੀ ਗਈ ਸੀ ਉਹ ਫਿਟ ਕੰਡੀਸ਼ਨ ਦੇ ਵਿੱਚ ਦਿੱਤੀ ਗਈ ਸੀ ਤੇ ਜੋ ਸਟੇਟਮੈਂਟ ਡਿਸੀਜ਼ਡ ਦੇ ਦੁਆਰਾ ਦਿੱਤੀ ਗਈ ਸੀ ਉਹ ਸੱਚੀ ਸਟੇਟਮੈਂਟ ਸੀ. But if the circumstances do not permit the attendance of medical officer, ਮੰਨ ਲਓ ਜਿੱਥੇ ਇੱਕ ਵਿਕਟਮ ਦੀ ਸਟੇਟਮੈਂਟ ਨੂੰ ਰਿਕਾਰਡ ਕੀਤਾ ਜਾ ਰਿਹਾ ਹੈ ਉੱਥੇ ਮੈਡੀਕਲ ਆਫੀਸਰ ਦੀ ਅਟੈਂਡੈਂਸ ਨਹੀਂ ਹੋ ਪਾਈ, ਫਿਰ ਕੀ ਪਹਿਲਾਂ ਵੇਟ ਕੀਤੀ ਜਾਵੇ ਕਿ ਕੋਈ ਮੈਡੀਕਲ ਸਰਟੀਫਿਕੇਟ ਆ ਜਾਵੇ ਉਸ ਤੋਂ ਬਾਅਦ ਅਸੀਂ ਸਟੇਟਮੈਂਟ ਰਿਕਾਰਡ ਕਰੀਏ. then judicial magistrate can record statement without the medical certificate of the doctor. ਪਰ ਉਸ ਕੇਸ ਦੇ ਵਿੱਚ judicial magistrate ਨੂੰ ਰੀਜ਼ਨ ਦੇਣਾ ਪੈਣਾ ਹੈ why he recorded the dying declaration in the absence of medical certificate. ਕਿ ਮੈਡੀਕਲ ਸਰਟੀਫਿਕੇਟ ਦੀ ਐਬਸੈਂਸ ਦੇ ਵਿੱਚ ਤੁਸੀਂ ਕਿਸ ਤਰੀਕੇ ਨਾਲ ਡਾਈਂਗ ਡੈਕਲੇਰੇਸ਼ਨ ਨੂੰ ਰਿਕਾਰਡ ਕਰ ਲਿਆ, ਉਹ ਕਿਹੜੇ ਕਾਰਨ ਹੈਗੇ ਸੀ ਜਿਸ ਦੇ ਵਿੱਚ ਤੁਸੀਂ ਮੈਡੀਕਲ ਆਫੀਸਰ ਦੀ ਵੇਟ ਨਹੀਂ ਕੀਤੀ ਟੂ ਗਿਵ ਦੀ ਮੈਡੀਕਲ ਸਰਟੀਫਿਕੇਟ. देयर मे बी नंबर ऑफ ਸਰਕਮਸਟੈਂਸਿਸ ਜਿਹਦੇ ਜੁਡੀਸ਼ੀਅਲ ਮੈਜਿਸਟ੍ਰੇਟ ਨੂੰ ਲੱਗਦਾ ਹੈ ਕਿ ਜਿੰਨੀ ਦੇਰ ਤੱਕ ਡਾਕਟਰ ਨੇ ਆਣਾ ਉਸ ਤੋਂ ਪਹਿਲਾਂ ਇਹ ਨਾ ਹੋਵੇ ਕਿ ਇਹ ਵਿਕਟਮ ਹੀ ਮਰ ਜਾਵੇ ਤੇ ਮੇਰੇ ਦੁਆਰਾ ਉਸ ਵਿਅਕਤੀ ਦੀ ਡਾਈਂਗ ਡੈਕਲੇਰੇਸ਼ਨ ਰਿਕਾਰਡ ਹੀ ਨਾ ਕੀਤੀ ਜਾਵੇ. ਡੈਟ ਮੇ ਬੀ देयर ਸਮ ਰੀਜ਼ਨਸ ਜਿਹਦੇ ਵਿੱਚ ਡਾਈਂਗ ਡੈਕਲੇਰੇਸ਼ਨ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਦੁਆਰਾ even without the certificate of the medical officer ਵੀ ਰਿਕਾਰਡ ਕੀਤਾ ਜਾ ਸਕਦਾ ਹੈ. ਹੁਣ ਕੁਐਸਚਨ ਅਰਾਈਜ਼ ਹੁੰਦਾ ਹੈ ਕਿ ਡਾਈਂਗ ਡੈਕਲੇਰੇਸ਼ਨ ਨੂੰ ਰਿਕਾਰਡ ਕਿਸ ਵਿਅਕਤੀ ਦੇ ਦੁਆਰਾ ਕੀਤਾ ਜਾਣਾ ਚਾਹੀਦਾ ਹੈ. ਤਾਂ ਨਾਰਮਲੀ ਸਭ ਤੋਂ ਰਿਲਾਇਬਲ ਵਿਅਕਤੀ ਹੀ ਮੈਜਿਸਟ੍ਰੇਟ ਹੁੰਦੇ ਆ. if the dying declaration is recorded by the magistrate then it will hold more evidentiary value than any other dying declaration. ਅਗਰ ਡਾਈਂਗ ਡੈਕਲੇਰੇਸ਼ਨ ਨੂੰ ਇੱਕ ਮੈਜਿਸਟ੍ਰੇਟ ਦੇ ਦੁਆਰਾ ਰਿਕਾਰਡ ਕੀਤਾ ਗਿਆ ਹੈ तो ਇਹਦੀ एविडेंटरी वैल्यू ज़्यादा होगी इन कंपैरिजन टू अदर टाइप ऑफ डाइंग डिक्लेरेशन. क्योंकि ये सपोज किया जाता है कि मैजिस्ट्रेट ने जो काम करना वा बिल्कुल एक लीगल काम करना वा. ਇਹਦਾ मतलब ये नहीं है कि अगर मैजिस्ट्रेट प्रेजेंट नहीं है तो डॉक्टर ते पुलिस ऑफिसर डाइंग डिक्लेरेशन रिकॉर्ड नहीं कर सकते. even the doctors and police officer are also authorized to record the dying declaration if the magistrate is not present. पर एक गल बड़ी इंपॉर्टेंट है ਇੱਥੇ ਜੋ ਡਾਕਟਰ ਦੇ ਪੁਲਿਸ ਆਫੀਸਰ ਦੇ ਦੁਆਰਾ ਜੋ ਡਾਈਂਗ ਡੈਕਲੇਰੇਸ਼ਨ ਰਿਕਾਰਡ ਕੀਤੀ ਜਾਂਦੀ ਹੈ ਇਹਦੀ ਐਵੀਡੈਂਟਰੀ ਵੈਲਿਊ ਇਨ ਕੰਪੈਰੀਜ਼ਨ ਟੂ ਡਾਈਂਗ ਡੈਕਲੇਰੇਸ਼ਨ ਰਿਕਾਰਡਡ ਬਾਈ ਮੈਜਿਸਟ੍ਰੇਟ ਘੱਟ ਹੁੰਦੀ ਹੈ. ਹੁਣ ਇੱਕ ਗੱਲ ਇਹ ਆ ਕਿ ਇਹਦਾ ਮਤਲਬ ਕੀ ਆ ਕਿ ਮੈਜਿਸਟ੍ਰੇਟ ਦੇ ਦੁਆਰਾ ਡਾਈਂਗ ਡੈਕਲੇਰੇਸ਼ਨ ਜਿਹੜੀ ਰਿਕਾਰਡ ਕੀਤੀ ਜਾਊਗੀ ਬਿਲਕੁਲ ਹਮੇਸ਼ਾ ਸਹੀ ਹੋਊਗੀ? ਆਨਸਰ ਕਰ ਨਹੀਂ. ਕਈ ਵਾਰ ਇਦਾਂ ਦੀ ਸਿਚੁਏਸ਼ਨ ਅਰਾਈਜ਼ ਹੋ ਜਾਂਦੀ ਆ ਕਿ ਈਵਨ ਦਾ ਡਾਈਂਗ ਡੈਕਲੇਰੇਸ਼ਨ ਇਜ਼ ਰਿਕਾਰਡਡ ਬਾਈ ਦਾ ਮੈਜਿਸਟ੍ਰੇਟ ਕੈਨ ਬੀ ਕੁਐਸਚਨਡ. For example, if the magistrate record it even when the doctor does not approve the victim medically fit. डॉक्टर ने किया कि जो विक्टिम हैगा वा मेडिकली फिट नहीं हैगा स्टेटमेंट देने के लिए, ईवन फिर भी मैजिस्ट्रेट ने उन्होंने दी स्टेटमेंट रिकॉर्ड कर दी. तो इस सिचुएशन दे विच डाइंग डिक्लेरेशन की जो एविडेंटरी वैल्यू आ उसनूं क्वेश्चन किया जा सकता है कि विदाउट टेकिंग दी मेडिकल सर्टिफिकेट फ्रॉम दी डॉक्टर हाउ दी मैजिस्ट्रेट रिकॉर्डेड दी ਡਾਈਂਗ ਡੈਕਲੇਰੇਸ਼ਨ. तो ਕਹਿਣ ਦਾ ਮਤਲਬ ਆ ਕਿ ਜਦੋਂ ਡਾਕਟਰ ਨੇ ਅਪਰੂਵ ਹੀ ਨਹੀਂ ਕੀਤਾ ਵਿਕਟਿਮ ਨੂੰ ਮੈਡੀਕਲੀ ਫਿਟ ਪਰ ਫਿਰ ਵੀ ਅਗਰ ਮੈਜਿਸਟ੍ਰੇਟ ਨੇ ਇੱਕ ਵਿਅਕਤੀ ਦੀ ਸਟੇਟਮੈਂਟ ਰਿਕਾਰਡ ਕਰ ਦਿੱਤੀ ਤੇ ਉਸ ਤੋਂ ਬਾਅਦ ਉਹ ਵਿਅਕਤੀ ਮਰ ਗਿਆ, ਉਸ ਟਾਈਮ ਦੇ ਉੱਤੇ ਜੋ ਉਸ ਵਿਅਕਤੀ ਦੇ ਦੁਆਰਾ ਸਟੇਟਮੈਂਟ ਦਿੱਤੀ ਗਈ ਆ ਜੋ ਕਿ ਡਾਈਂਗ ਡੈਕਲੇਰੇਸ਼ਨ ਬਣ ਗਈ ਆ ਉਹਦੀ ਐਵੀਡੈਂਟਰੀ ਵੈਲਿਊ ਕੁਐਸਚਨਸ ਦੇ ਘੇਰੇ ਦੇ ਵਿੱਚ ਆ ਜਾਂਦੀ ਹੈ. ਠੀਕ ਹੈ ਜੀ. The court always look into the certain things to decide the evidentiary value of the statements. तो कोर्ट ने हमेशा ये देखना कि जेड़ा विक्टिम सी whether the victim was mentally fit while giving the statement. If the victim is not fit at the time of giving a statement, अगर statement देने दे time ਦੇ ਉੱਤੇ जो victim सी ਉਹਦੀ mental ਸਥਿਤੀ ਇਦਾਂ ਦੀ ਨਹੀਂ ਸੀ ਹੈਗੀ ਕਿ ਉਹ statement ਕਿਸੇ ਵੀ ਤਰ੍ਹਾਂ ਦਾ ਦੇ ਸਕਦਾ, then that statement would not hold any evidentiary value. ਤੇ ਉਸ ਟਾਈਮ ਦੇ ਉੱਤੇ ਉਸ ਸਟੇਟਮੈਂਟ ਦੀ ਕੋਈ ਐਵੀਡੈਂਟਰੀ ਵੈਲਿਊ ਨਹੀਂ ਹੋਏਗੀ. ਡਾਈਂਗ ਡੈਕਲੇਰੇਸ਼ਨ ਨੂੰ ਰਿਕਾਰਡ ਕਰਨ ਦੇ ਸਮੇਂ ਕਈ ਤਰ੍ਹਾਂ ਦੀਆਂ ਕਨਫਿਊਜ਼ਨਸ ਅਰਾਈਜ਼ ਹੋ ਸਕਦੀਆਂ ਨੇ.
ਜੋ ਕਿ ਡਾਇੰਗ ਡੈਕਲੇਰੇਸ਼ਨ ਦੀ ਐਵੀਡੈਂਟਰੀ ਵੈਲਿਊ ਨੂੰ ਪ੍ਰਭਾਵਿਤ ਕਰਦੀਆਂ ਨੇ। ਇਸ ਕਰਕੇ ਡਾਇੰਗ ਡੈਕਲੇਰੇਸ਼ਨ ਨੂੰ ਰਿਕਾਰਡ ਕਰਨ ਦੇ ਟਾਈਮ ਦੇ ਉੱਤੇ ਕੁਝ ਪ੍ਰੀਕਾਸ਼ਨਸ ਨੂੰ ਆਪਣੇ ਦਿਮਾਗ ਦੇ ਵਿੱਚ ਰੱਖਣਾ ਬਹੁਤ ਜ਼ਰੂਰੀ ਆ। ਸਭ ਤੋਂ ਪਹਿਲੇ ਨੰਬਰ ਦੇ ਉੱਤੇ ਵਿਕਟਿਮ ਸ਼ੁੱਡ ਬੀ ਮੈਂਟਲੀ ਫਿਟ ਟੂ ਗਿਵ ਦ ਸਟੇਟਮੈਂਟ। ਵਿਕਟਿਮ ਜੋ ਹੈਗਾ ਏ ਉਹ ਮੈਂਟਲੀ ਫਿਟ ਹੋਣਾ ਚਾਹੀਦਾ ਏ ਸਟੇਟਮੈਂਟ ਦੇਣ ਦੇ ਲਈ। A medical certificate should be given by the doctor about the health of the person giving the statement। तो डॉक्टर ਦੇ ਦੁਆਰਾ ਮੈਡੀਕਲ ਸਰਟੀਫਿਕੇਟ ਦਿੱਤਾ ਗਿਆ ਹੋਣਾ ਚਾਹੀਦਾ ਏ ਉਸ ਵਿਕਟਿਮ ਦੀ ਹੈਲਥ ਦੇ ਰਿਗਾਰਡਿੰਗਲੀ ਕਿ ਉਹ ਵਿਕਟਿਮ ਸਟੇਟਮੈਂਟ ਦੇਣ ਦੇ ਲਈ ਕੈਪੇਬਲ ਹੈਗਾ ਏ। ਡਾਕਟਰ ਤੇ ਪੁਲਿਸ ਆਫੀਸਰ ਵੀ ਇੱਕ ਵਿਕਟਿਮ ਦੀ ਡਾਇੰਗ ਡੈਕਲੇਰੇਸ਼ਨ ਨੂੰ ਰਿਕਾਰਡ ਕਰ ਸਕਦੇ ਆ, ਬਟ ਇਟ ਇਜ਼ ਬੈਸਟ ਇਫ ਯੂ ਮੈਜਿਸਟ੍ਰੇਟ ਰਿਕਾਰਡ ਇਟ। ਪਰ ਫਿਰ ਵੀ ਜ਼ਿਆਦਾ ਵਧੀਆ ਉਹੀ ਹੁੰਦਾ ਹੈ ਕਿ ਅਗਰ ਮੈਜਿਸਟ੍ਰੇਟ ਉਸ ਡਾਇੰਗ ਡੈਕਲੇਰੇਸ਼ਨ ਨੂੰ ਆਪ ਰਿਕਾਰਡ ਕਰੇ। 2013 ਦੇ ਵਿੱਚ ਦਿੱਲੀ ਗੈਂਗਰੇਪ ਦੇ ਵਿੱਚ 3 ਡਾਇੰਗ ਡੈਕਲੇਰੇਸ਼ਨ ਨਿਰਭਇਆ ਦੀਆਂ ਰਿਕਾਰਡ ਹੋਈਆਂ ਸੀ। ਪਹਿਲੀ ਸਟੇਟਮੈਂਟ ਡਾਕਟਰ ਨੇ ਰਿਕਾਰਡ ਕੀਤੀ ਸੀ ਜਦੋਂ ਉਸ ਨਿਰਭਇਆ ਨੂੰ ਹਸਪੀਟਲ ਦੇ ਵਿੱਚ ਐਡਮਿਟ ਕਰਾਇਆ ਗਿਆ। ਸੈਕੰਡ ਸਟੇਟਮੈਂਟ ਨਿਰਭਇਆ ਦੀ ਰਿਕਾਰਡ ਕੀਤੀ ਸੀ ਐਸਟੀਐਮ ਨੇ, ਡਿਊਰਿੰਗ ਵਿਚ ਸ਼ੀ ਗਿਵ ਐਗਜ਼ੈਕਟ ਡਿਟੇਲਸ ਆਫ ਦੀ ਕ੍ਰਾਈਮ, ਜਿਹਦੇ ਵਿੱਚ ਉਹਨੇ ਕ੍ਰਾਈਮ ਦੀ ਐਗਜ਼ੈਕਟ ਡਿਟੇਲਸ ਦੱਸੀਆਂ ਕਿ ਉਸ ਦਾ ਰੇਪ ਕਿਸ ਤਰੀਕੇ ਨਾਲ ਹੋਇਆ ਸੀ। ਤੇ ਜੋ ਥਰਡ ਸਟੇਟਮੈਂਟ ਦਿੱਤੀ ਗਈ ਸੀ ਨਿਰਭਇਆ ਦੇ ਦੁਆਰਾ ਉਹ ਮੈਟਰੋਪੋਲੀਟਨ ਮੈਜਿਸਟ੍ਰੇਟ ਦੇ ਦੁਆਰਾ ਰਿਕਾਰਡ ਕੀਤੀ ਗਈ ਸੀ। ਤੇ ਇਹ ਸਾਰੀਆਂ ਜੋ ਸਟੇਟਮੈਂਟ ਸੀ ਇਹ ਜਸਟਿਸ ਦੇ ਦੁਆਰਾ ਦਿੱਤੀਆਂ ਗਈਆਂ ਸੀ। ਇਨ ਦਿਸ ਕੇਸ ਆਲ ਦ 3 ਡਾਇੰਗ ਡੈਕਲੇਰੇਸ਼ਨ ਵਰ ਰਿਕਾਰਡਡ। ਤਿੰਨੇ ਡਾਇੰਗ ਡੈਕਲੇਰੇਸ਼ਨ ਰਿਕਾਰਡ ਹੋਈਆਂ, ਬਟ ਦੀ ਵਨ ਰਿਕਾਰਡਡ ਬਾਈ ਦ ਮੈਜਿਸਟ੍ਰੇਟ ਵਾਸ ਇੰਪੋਰਟੈਂਟ। ਪਰ ਇਹਦੇ ਵਿੱਚ ਜੋ ਮੈਟਰੋਪੋਲੀਟਨ ਮੈਜਿਸਟ੍ਰੇਟ ਦੇ ਦੁਆਰਾ ਡਾਇੰਗ ਡੈਕਲੇਰੇਸ਼ਨ ਰਿਕਾਰਡ ਕੀਤੀ ਗਈ ਸੀ ਇਸ ਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਗਈ। And the court did accept the dying declaration recorded by the magistrate even when it was in gesture and notes। ਚਾਹੇ ਉਹ ਸਿਰ ਹਿਲਾ ਕੇ ਇਸ਼ਾਰਿਆਂ ਦੇ ਨਾਲ ਸਟੇਟਮੈਂਟ ਦਿੱਤੀ ਗਈ ਸੀ, ਪਰ ਫਿਰ ਵੀ ਕੋਰਟ ਨੇ ਮੈਜਿਸਟ੍ਰੇਟ ਦੇ ਦੁਆਰਾ ਰਿਕਾਰਡਡ ਡਾਇੰਗ ਡੈਕਲੇਰੇਸ਼ਨ ਨੂੰ ਐਕਸੈਪਟ ਕੀਤਾ। ਇਨ ਕੌਸ਼ਲ ਰਾਓ ਵਰਸਸ ਸਟੇਟ ਆਫ ਬੰਬੇ ਦੇ ਵਿੱਚ ਸੁਪਰੀਮ ਕੋਰਟ ਆਫ ਇੰਡੀਆ ਨੇ ਵੀ ਇਸੇ ਹੀ ਸਿਧਾਂਤ ਦੇ ਉੱਤੇ ਦੱਸਿਆ ਹੈ ਕਿ ਕੋਰਟ ਮਸਟ ਬੀ ਸੈਟੀਸਫਾਈਡ that the deceased was mentally fit to make the statement। ਕੋਰਟ ਨੇ ਪਹਿਲੇ ਨੰਬਰ ਦੇ ਉੱਤੇ ਇਹੀ ਸੈਟੀਸਫਾਈ ਕਰਨਾ ਹੈ ਡਾਇੰਗ ਡੈਕਲੇਰੇਸ਼ਨ ਨੂੰ ਐਡਮਿਸਿਬਲ ਕਰਨ ਤੋਂ ਪਹਿਲਾਂ ਕਿ ਜੋ ਡਿਸੀਜ਼ਡ ਸੀ ਸਟੇਟਮੈਂਟ ਦੇਣ ਦੇ ਟਾਈਮ ਦੇ ਉੱਤੇ ਮੈਂਟਲੀ ਫਿਟ ਸੀ। ਕੋਰਟ ਨੇ ਇਸ ਗੱਲ ਨੂੰ ਵੀ ਸੈਟੀਸਫਾਈ ਕਰਨਾ ਹੈ ਕਿ ਵਿਕਟਿਮ ਦੇ ਕੋਲ ਓਪਰਚੁਨਿਟੀ ਹੈਗੀ ਸੀ ਦੋਸ਼ੀ ਨੂੰ ਆਬਜ਼ਰਵ ਕਰਨ ਦੀ, ਆਈਡੈਂਟੀਫਾਈ ਕਰਨ ਦੇ ਲਈ। ਇਹ ਵੀ ਗੱਲ ਕੋਰਟ ਨੇ ਸੈਟੀਸਫਾਈ ਕਰਨੀ ਆ ਕਿ ਵਿਕਟਿਮ ਕਿਸੇ ਪ੍ਰਭਾਵ ਦੇ ਵਿੱਚ ਆ ਕੇ ਕੋਈ ਝੂਠੀ ਸਟੇਟਮੈਂਟ ਤਾਂ ਨਹੀਂ ਸੀ ਦਿੰਦਾ ਪਿਆ। ਦ ਵਿਕਟਿਮ ਸ਼ੁੱਡ ਨਾਟ ਮੇਕਿੰਗ ਦ ਸਟੇਟਮੈਂਟ ਅੰਡਰ ਐਨੀ ਇਨਫਲੂਐਂਸ। तो इस केस में सुप्रीम कोर्ट ऑफ इंडिया ने हेल्ड किया वंस द कोर्ट इज सैटिस्फाइड दैट डाइंग डिक्लेरेशन इज ट्रू। एक बार कोर्ट अगर सैटिस्फाई होगी कि डाइंग डिक्लेरेशन जो व्यक्ति के द्वारा दी गई सी वो सच्ची हैगी सी, द कन्विक्शन कैन बी अपहेल्ड। दोषी की फिर कन्विक्शन इस डाइंग डिक्लेरेशन के उत्ते अपहेल्ड की जा सकती है एंड देयर इज नो नीड फॉर फर्दर कॉरपोरेशन। होर किसी एविडेंस की लोड़ नहीं हैगी। पर एक गल बड़ी इंपॉर्टेंट आ कि अगर डाइंग डिक्लेरेशन किसी मैडिकल ऑफिसर या पुलिस ऑफिसर के द्वारा रिकॉर्ड किया जाता है तो इन्हां व्यक्तियों के द्वारा स्टेटमेंट रिकॉर्ड करने के टाइम के उत्ते इट मस्ट बी अटैस्टेड बाय वन और मोर परसन दैट इज प्रेजेंट देयर। ਜਿਹੜੇ मौके के उत्ते मौजूद है उस व्यक्तियों के द्वारा अटैस्टेशन जरूर होनी चाहिए है कि मैडिकल ऑफिसर या पुलिस ऑफिसर ने साडे सामने डिसीज्ड व्यक्ति की डाइंग डिक्लेरेशन रिकॉर्ड की सी। ਹੁਣ ਅਗਲੀ ਕੁਐਸਚਨ ਅਰਾਈਜ਼ ਹੁੰਦਾ ਹੈ ਕਿ ਡਾਇੰਗ ਡਿਕਲੇਰੇਸ਼ਨ ਵਿੱਚ ਸਟੇਟਮੈਂਟ ਦੀ ਲੈਂਗੁਏਜ ਕੀ ਹੋਣੀ ਚਾਹੀਦੀ ਹੈ। ਡਾਇੰਗ ਡਿਕਲੇਰੇਸ਼ਨ ਕਿਸ ਵੀ ਭਾਸ਼ਾ ਦੇ ਵਿੱਚ ਹੋ ਸਕਦੀ ਹੈ, ਪਰ ਇੱਕ ਗੱਲ ਬੜੀ ਇੰਪੋਰਟੈਂਟ ਆ ਕਿ ਜੋ ਲੈਂਗੁਏਜ ਡਿਕਲੇਰੈਂਟ ਨੇ ਦਿੱਤੀ ਸੀ, ਜੋ ਮ੍ਰਿਤਕ ਵਿਅਕਤੀ ਦੇ ਦੁਆਰਾ ਦਿੱਤੀ ਗਈ ਸੀ ਸਟੇਟਮੈਂਟ, ਉਸੇ ਲੈਂਗੁਏਜ ਦੇ ਵਿੱਚ ਡਾਇੰਗ ਡਿਕਲੇਰੇਸ਼ਨ ਨੂੰ ਰਿਕਾਰਡ ਕਰਨਾ ਚਾਹੀਦਾ ਜਾਂ ਕੋਰਟ ਦੀ ਲੈਂਗੁਏਜ ਦੇ ਵਿੱਚ ਵੀ ਹੋ ਸਕਦਾ। ਹੁਣ ਸਿਰਫ ਤੇ ਸਿਰਫ ਲੈਂਗੁਏਜ ਦੇ ਬੇਸ ਦੇ ਉੱਤੇ ਡਾਇੰਗ ਡਿਕਲੇਰੇਸ਼ਨ ਨੂੰ ਡਿਸਕਾਰਡ ਨਹੀਂ ਕੀਤਾ ਜਾ ਸਕਦਾ। ਹੁਣ ਜਦੋਂ ਸਟੇਟਮੈਂਟ ਕਿਸੇ ਨੇ ਉਰਦੂ ਦੇ ਵਿੱਚ ਲਿਖੀ ਦਿੱਤੀ, ਮੈਜਿਸਟ੍ਰੇਟ ਨੇ ਉਸ ਸਟੇਟਮੈਂਟ ਨੂੰ ਰਿਕਾਰਡ ਕੀਤਾ ਇੰਗਲਿਸ਼ ਲੈਂਗੁਏਜ ਦੇ ਵਿੱਚ, ਪਰ ਮੈਜਿਸਟ੍ਰੇਟ ਨੇ ਸਟੇਟਮੈਂਟ ਰਿਕਾਰਡ ਕਰਨ ਦੇ ਟਾਈਮ ਦੇ ਉੱਤੇ ਸਾਰੀਆਂ ਪ੍ਰੀਕਾਸ਼ਨਸ ਲਿੱਤੀਆਂ ਸੀ, ਤਾਂ ਉਸ ਟਾਈਮ ਦੇ ਉੱਤੇ ਉਸ ਨੂੰ ਵੈਲਿਡ ਡਾਇੰਗ ਡਿਕਲੇਰੇਸ਼ਨ ਦਾ ਅਸੀਂ ਦਰਜਾ ਦੇਵਾਂਗੇ। ਮੈਂ ਇੱਕ ਵਾਰ ਪੜ੍ਹ ਦਿੰਦਾ ਜੀ। ਐਜ਼ ਫਾਰ ਐਜ਼ ਪੋਸੀਬਲ ਦ ਸਟੇਟਮੈਂਟ ਸ਼ੁੱਡ ਬੀ ਰਿਕਾਰਡਡ ਇਨ ਦ ਲੈਂਗੁਏਜ ਆਫ ਦ ਡਿਕਲੈਰੈਂਟ ਔਰ ਇਨ ਦ ਕੋਰਟ ਲੈਂਗੁਏਜ। ਦ ਕੋਰਟ ਕੈਨ ਨਾਟ ਡਿਸਕਾਰਡ ਦ ਡਾਇੰਗ ਡਿਕਲੇਰੇਸ਼ਨ ਔਨ ਦ ਬੇਸਿਸ ਆਫ ਦ ਲੈਂਗੁਏਜ where the statement was in Urdu and magistrate recorded it in English, but all the precautions were taken in explaining every statement to the deceased by another person. It was held that statement was the valid dying declaration। ਹੁਣ ਅਗਲਾ ਕੁਐਸਚਨ ਇਹ ਅਰਾਈਜ਼ ਹੁੰਦਾ ਹੈ ਕਿ ਡਾਇੰਗ ਡਿਕਲੇਰੇਸ਼ਨ ਨੂੰ ਅਸੀਂ ਕੋਰਟ ਆਫ ਲਾਅ ਦੇ ਵਿੱਚ ਪ੍ਰੂਫ ਕਿੱਦਾਂ ਕਰਨਾ ਹੈ।
ਮੰਨ ਲਓ ਅਗਰ ਤਾਂ ਰਿਟਨ ਦੇ ਵਿੱਚ ਡਾਈਂਗ ਡੈਕਲੇਰੇਸ਼ਨ ਦਿੱਤੀ ਗਈ ਸੀ, ਉਸ ਰਾਈਟਿੰਗ ਨੂੰ ਪੇਸ਼ ਕਰ ਦਿਓ, ਦੈਟ ਇਜ਼ ਮੋਰ ਦੈਨ ਸਫੀਸ਼ੀਐਂਟ ਟੂ ਪ੍ਰੂਵ ਦੀ ਡਾਈਂਗ ਡੈਕਲੇਰੇਸ਼ਨ। ਤੇ ਜੇ ਉਹਦੇ ਵਿੱਚ ਕੋਈ ਉਸ ਡਾਈਂਗ ਡੈਕਲੇਰੇਸ਼ਨ ਨੂੰ ਕਿਸੇ ਡਾਕਟਰ ਦੇ ਦੁਆਰਾ ਲਿਖਿਆ ਗਿਆ, ਡਾਕਟਰ ਦੀ ਐਵੀਡੈਂਸ ਕਰਾ ਦਿਓ। ਅਗਰ ਡਾਕਟਰ ਦੇ ਮਤਲਬ ਡਾਕਟਰ ਦੇ ਦੁਆਰਾ ਐਵੀਡੈਂਸ ਰਿਕਾਰਡ ਕੀਤੀ ਗਈ ਸੀ ਤੇ ਉਹਦੇ ਵਿੱਚ ਕੋਈ ਅਟੈਸਟਿੰਗ ਵਿਟਨੈਸ ਵੀ ਹੋਗਾ ਹੈ, ਅਟੈਸਟਿੰਗ ਵਿਟਨੈਸ ਦੀ ਗਵਾਹੀ ਕਰਵਾ ਦਿਓ। ਪਰ ਅਗਰ ਡਾਈਂਗ ਡੈਕਲੇਰੇਸ਼ਨ ਵਰਬਲ ਫਾਰਮ ਦੇ ਵਿੱਚ ਹੈਗੀ ਸੀ ਤਾਂ ਉਸ ਟਾਈਮ ਦੇ ਉੱਤੇ ਉਸ ਵਿਅਕਤੀ ਨੂੰ ਕੋਰਟ ਦੇ ਵਿੱਚ ਐਗਜ਼ਾਮਿਨ ਕਰਨਾ ਜ਼ਰੂਰੀ ਆ, ਜਿਸ ਦੀ ਪ੍ਰੈਜ਼ੈਂਸ ਦੇ ਵਿੱਚ ਉਹ ਵਰਬਲ ਸਟੇਟਮੈਂਟ ਡਿਸੀਜ਼ਡ ਵਿਅਕਤੀ ਨੇ ਦਿੱਤੀ ਸੀ। ਸੋ ਵੈਨ ਦਾ ਡਾਈਂਗ ਡੈਕਲੇਰੇਸ਼ਨ ਇਨ ਕੁਐਸਚਨ ਇਜ਼ ਵਰਬਲ, ਜਦੋਂ ਵਰਬਲ ਫਾਰਮ ਦੇ ਵਿੱਚ ਡਾਈਂਗ ਡੈਕਲੇਰੇਸ਼ਨ ਦਿੱਤੀ ਗਈ ਹੈ, then it can be proved by examining the person in whose presence the statement was made. But where the dying declaration is recorded, agar dying declaration recorded see, then the person recording the statement is to be examined before the court of law. ਤੇ ਜਿਸ ਵਿਅਕਤੀ ਨੇ ਉਸ ਸਟੇਟਮੈਂਟ ਨੂੰ ਰਿਕਾਰਡ ਕੀਤਾ ਸੀ, ਉਸ ਵਿਅਕਤੀ ਨੂੰ ਐਗਜ਼ਾਮਿਨ ਕਰਨਾ ਕੋਰਟ ਆਫ ਲਾਅ ਦੇ ਵਿੱਚ ਬਹੁਤ ਜ਼ਰੂਰੀ ਹੈ। ਆਈਡੈਂਟੀਟੀ ਆਫ ਦੀ ਅਕਿਊਜ਼ਡ ਟੂ ਬੀ ਐਸਟੈਬਲਿਸ਼ਡ ਬਾਈ ਦਾ ਡਾਈਂਗ ਡੈਕਲੇਰੇਸ਼ਨ। ਤਾਂ ਡਾਈਂਗ ਡੈਕਲੇਰੇਸ਼ਨ ਜਦੋਂ ਦਿੱਤੀ ਗਈ ਸੀ, ਡਾਈਂਗ ਡੈਕਲੇਰੇਸ਼ਨ ਦੇ ਵਿੱਚ ਵਿਅਕਤੀ ਕਿਹੜਾ ਹੈ, ਦੋਸ਼ੀ ਕਿਹੜਾ ਹੈ, ਉਹਨੂੰ ਆਈਡੈਂਟੀਫਾਈ ਕਰਨਾ ਬਹੁਤ ਜ਼ਰੂਰੀ ਹੈ। ਮਤਲਬ ਉਹਦੇ ਫਾਦਰ ਦਾ ਨਾਮ ਕੀ ਹੈਗਾ ਸੀ, ਉਹਦੇ ਮਦਰ ਦਾ ਕੀ ਨਾਮ ਹੈਗਾ ਹੀ, ਅਗਰ ਮਦਰ ਦਾ ਨਾਮ ਉਹਨੂੰ ਪਤਾ, ਉਹ ਕਿੱਥੇ ਰਹਿੰਦਾ, ਉਹਦਾ ਰੈਜ਼ੀਡੈਂਸ਼ੀਅਲ ਐਡਰੈਸ ਕੀ ਹੈਗਾ ਹੀ, ਥੀਸ ਆਰ ਸਰਟਨ ਥਿੰਗਸ ਜਿਹਦੇ ਨਾਲ ਦੋਸ਼ੀ ਨੂੰ ਆਈਡੈਂਟੀਫਾਈ ਕੀਤਾ ਜਾ ਸਕਦਾ ਹੈ। So before conviction can be based on dying declaration, the identity of the accused must be established by the dying declaration. तो dying declaration ਦੇ ਵਿੱਚ same percentage ਤੇ address of the accused ਹੋਣਾ ਚਾਹੀਦਾ ਜੋ ਕਿ FIR ਦੇ ਵਿੱਚ ਹੈਗਾ ਹੈ। But if there is corroborating evidence to prove the identity of the accused, ਅਗਰ ਮੰਨ ਲਓ ਡਾਈਂਗ ਡੈਕਲੇਰੇਸ਼ਨ ਤੋਂ ਇਲਾਵਾ ਕੋਈ ਹੋਰ ਵੀ ਐਵੀਡੈਂਸ ਹੈਗਾ ਏ ਜੋ ਕਿ ਮਦਦ ਕਰਦਾ ਪਿਆ ਏ ਦੋਸ਼ੀ ਨੂੰ ਆਈਡੈਂਟੀਫਾਈ ਕਰਨ ਦੇ ਲਈ, then conviction is possible of the accused. ਅਗਰ ਮੰਨ ਲਓ ਡਾਈਂਗ ਡੈਕਲੇਰੇਸ਼ਨ ਇਨਕੰਪਲੀਟ ਫਾਰਮ ਦੇ ਵਿੱਚ ਹੈਗੀ ਆ, ਤਾਂ ਫਿਰ ਜਦੋਂ ਡਾਈਂਗ ਡੈਕਲੇਰੇਸ਼ਨ ਇਨਕੰਪਲੀਟ ਫਾਰਮ ਦੇ ਵਿੱਚ ਹੈਗੀ ਆ, then it will be unsafe to convict any person, ਕਿਉਂਕਿ ਇਹ ਵੀ ਸਿਧਾਂਤ ਕ੍ਰਿਮੀਨਲ ਲਾਅ ਦਾ ਹੈਗਾ ਏ ਕਿ ਲੱਖ ਦੋਸ਼ੀ ਛੋਟੀਆਂ, ਇੱਕ ਨਿਰਦੋਸ਼ ਵਿਅਕਤੀ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ। ਜਦੋਂ ਡਾਈਂਗ ਡੈਕਲੇਰੇਸ਼ਨ ਇਨਕੰਪਲੀਟ ਆ, then it will be inadmissible in evidence before the court of law. ਅਗਰ ਮੰਨ ਲਓ ਡਾਈਂਗ ਡੈਕਲੇਰੇਸ਼ਨ ਦੇ ਵਿੱਚ ਜੋ ਸਟੇਟਮੈਂਟ ਡਿਸੀਜ਼ਡ ਦੇ ਦੁਆਰਾ ਦਿੱਤੀ ਗਈ ਆ, ਅਗਰ ਉਸ ਸਟੇਟਮੈਂਟ ਦੀ ਬਾਕੀ ਸਟੇਟਮੈਂਟ ਦੇ ਨਾਲ ਕੰਟਰਾਡਿਕਸ਼ਨਸ ਚੱਲਦੀਆਂ ਪਈਆਂ ਨੇ, ਫਿਰ ਡਾਈਂਗ ਡੈਕਲੇਰੇਸ਼ਨ ਦੇ ਉੱਤੇ ਕੀ ਟਰਸਟ ਕੀਤਾ ਜਾ ਸਕਦਾ ਹੈ? ਆਨਸਰ ਕਰ ਨਹੀਂ। It was held by the Supreme Court in Dio Rao versus State of Maharashtra. If there is clear discrepancy between the fact mentioned in dying declaration and those in statement of witnesses, ਅਗਰ ਮੰਨ ਲਓ ਵਿਟਨੈਸਸ ਦੀਆਂ ਸਟੇਟਮੈਂਟ ਦੇ ਵਿੱਚ ਤੇ ਡਾਈਂਗ ਡੈਕਲੇਰੇਸ਼ਨ ਦੇ ਵਿੱਚ ਜੋ ਫੈਕਟ ਮੈਂਸ਼ਨ ਕੀਤੇ ਨੇ ਉਹਦੇ ਵਿੱਚ ਕਲੀਅਰ ਡਿਸਕ੍ਰਿਪੈਂਸੀ ਹੈਗੀ ਆ, ਖਾਸ ਅੰਤਰ ਦਿਖਦਾ ਪਿਆ ਵਾ, then it would be unsafe to place complete trust on the dying declaration. It was held in the case of Dio Rao versus State of Maharashtra, 1969 ALG 381 Supreme Court. ਮੰਨ ਲਓ ਅਗਰ ਇੱਕ ਤੋਂ ਜ਼ਿਆਦਾ ਡਾਈਂਗ ਡੈਕਲੇਰੇਸ਼ਨ ਹੈਗੀਆਂ ਨੇ, ਤਾਂ ਇੱਕ ਤੋਂ ਜ਼ਿਆਦਾ ਡਾਈਂਗ ਡੈਕਲੇਰੇਸ਼ਨ ਸਾਰੀ ਦੀਆਂ ਸਾਰੀਆਂ ਕੰਸਿਸਟੈਂਟ ਹੈਗੀਆਂ ਨੇ, ਉਹਨਾਂ ਦੇ ਵਿੱਚ ਕੋਈ ਅੰਤਰ ਨਹੀਂ ਆਣ ਡਿਆ, ਤਾਂ ਫਿਰ ਵਿਦਆਊਟ ਐਨੀ ਫਰਦਰ ਕੋਰਬੋਰੇਸ਼ਨ ਉਹਨਾਂ ਡਾਈਂਗ ਡੈਕਲੇਰੇਸ਼ਨ ਦੇ ਬੇਸਿਸ ਦੇ ਉੱਤੇ ਕਿਸੇ ਵਿਅਕਤੀ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ। ਸੁਪਰੀਮ ਕੋਰਟ ਆਫ ਇੰਡੀਆ ਇਨ ਅ ਲੀਡਿੰਗ ਕੇਸ ਹੈਲਡ ਡੈਟ ਮਲਟੀਪਲ ਡਾਈਂਗ ਡੈਕਲੇਰੇਸ਼ਨ, ਅਗਰ ਇੱਕ ਤੋਂ ਜ਼ਿਆਦਾ ਡਾਈਂਗ ਡੈਕਲੇਰੇਸ਼ਨਸ ਹੈਗੀਆਂ ਵਾ, ਕੈਨ ਬੀ ਰਿਲਾਈਡ ਅਪਨ ਵਿਦਆਊਟ ਕੋਰਬੋਰੇਸ਼ਨ ਇਫ ਦੇयर ਇਜ਼ ਕੰਸਿਸਟੈਂਸੀ ਇਨ ਆਲ ਦਾ ਡਾਈਂਗ ਡੈਕਲੇਰੇਸ਼ਨ। ਅਗਰ ਇਹਨਾਂ ਸਾਰੀਆਂ ਡਾਈਂਗ ਡੈਕਲੇਰੇਸ਼ਨ ਦੇ ਵਿੱਚ ਇੱਕ ਲਗਾਤਾਰ ਕੰਸਿਸਟੈਂਸੀ ਚੱਲਦੀ ਪਈ ਆ, then ਉਸ ਮਲਟੀਪਲ ਡਾਈਂਗ ਡੈਕਲੇਰੇਸ਼ਨ ਦੇ ਬੇਸਿਸ ਦੇ ਉੱਤੇ ਵੀ ਕਿਸੇ ਨੂੰ ਕਨਵਿਕਸ਼ਨ ਕੀਤੀ ਜਾ ਸਕਦੀ ਹੈ। If all the dying declarations are similar to each other, then it can be admissible before the court of law. But if the dying declaration is different from each other, ਅਗਰ multiple dying declaration ਆ ਤੇ ਸਾਰੀਆਂ multiple dying declaration ਇੱਕ ਦੂਜੇ ਤੋਂ ਵੱਖਰੀਆਂ ਨੇ, then the court will examine the fact of the case. ਫਿਰ ਕੋਰਟ ਉਸ ਟਾਈਮ ਦੇ ਉੱਤੇ dying declaration ਦੇ ਉੱਤੇ relied upon ਨਹੀਂ ਕਰੇਗੀ, ਫਿਰ ਕੋਰਟ ਉਸ ਟਾਈਮ ਦੇ ਉੱਤੇ ਕੇਸ ਦੇ ਫੈਕਟ ਨੂੰ ਐਗਜ਼ਾਮਿਨ ਕਰੇਗੀ ਔਰ can examine the statement of other witnesses to ascertain the truth of the case. ਤਾਂ ਜੋ ਕੇਸ ਦੀ ਸੱਚਾਈ ਦੇ ਬਾਰੇ ਪਤਾ ਲੱਗੇ ਕਿ ਅਸਲ ਦੇ ਵਿੱਚ ਹੋਇਆ ਕੀ ਸੀ, ਤਾਂ ਅਦਰ ਵਿਟਨੈਸਸ ਦੀ ਨੂੰ ਵੀ ਐਗਜ਼ਾਮਿਨ ਕੋਰਟ ਉਸ ਟਾਈਮ ਦੇ ਉੱਤੇ ਕਰ ਸਕਦੀ ਆ ਜਦੋਂ ਇੱਕ ਤੋਂ ਜ਼ਿਆਦਾ ਡਾਈਂਗ ਡੈਕਲੇਰੇਸ਼ਨ ਸੀ ਤੇ ਸਾਰੀਆਂ ਦੀਆਂ ਸਾਰੀਆਂ ਡਾਈਂਗ ਡੈਕਲੇਰੇਸ਼ਨ ਇੱਕ ਦੂਜੇ ਤੋਂ ਡਿਫਰੈਂਟ ਹੈਗੀਆਂ ਸੀ। ਕੋਈ ਇੱਕ ਗੱਲ ਮਤਲਬ ਕਿ ਕੁਝ ਕਿਸੇ ਦੀ ਸਟੋਰੀ ਕੁਝ ਸੀ, ਕਿਸੇ ਦੀ ਸਟੋਰੀ ਕੁਝ ਹੈਗੀ, ਮਤਲਬ ਜਦੋਂ ਡਾਈਂਗ ਡੈਕਲੇਰੇਸ਼ਨ ਕੰਸਿਸਟੈਂਟ ਨਹੀਂ ਹੈਗੀ, ਡਿਫਰੈਂਟ ਹੈਗੀ ਆ, ਦੈਨ ਕੋਰਟ ਦੀ ਡਿਊਟੀ ਕੀ ਹੈਗੀ ਆ, ਪੂਰੇ ਦੇ ਪੂਰੇ ਕੇਸ ਦੇ ਫੈਕਟਸ ਨੂੰ ਦੇਖੂਗੀ ਤੇ ਉਸ ਤੋਂ ਬਾਅਦ ਬਾਕੀ ਵਿਟਨੈਸਸ ਦੀਆਂ ਗਵਾਹੀਆਂ ਨੂੰ ਵੀ ਦੇਖੂਗੀ ਤਾਂ ਜੋ ਕੋਰਟ ਸਹੀ ਸੱਚਾਈ ਦੇ ਉੱਤੇ ਪਹੁੰਚੇ। ਹੁਣ ਇੱਕ ਗੱਲ ਬੜੀ ਇੰਪੋਰਟੈਂਟ ਆ ਕਿ ਜਦੋਂ ਵਿਅਕਤੀ ਸਟੇਟਮੈਂਟ ਦਿੰਦਾ ਪਿਆ ਹੈ ਕਿ ਉਸ ਨੂੰ ਪਤਾ ਹੋਣਾ ਚਾਹੀਦਾ ਕਿ ਉਹਨੇ ਥੋੜੀ ਦੇਰ ਬਾਅਦ ਮਰ ਜਾਣਾ ਹੈ।
ਕਿਸੇ ਨੂੰ ਨਹੀਂ ਪਤਾ ਹੁੰਦਾ ਕਿ ਥੋੜੀ ਦੇਰ ਬਾਅਦ ਕਿਸੇ ਵਿਅਕਤੀ ਨੇ ਮਰ ਜਾਣਾ ਵਾ, ਪਰ ਅਗਰ ਮੰਨ ਲਓ ਉਸ ਸਾਰੀ ਸਟੋਰੀ ਦੇ ਬਾਰੇ ਦੱਸਦਾ ਪਿਆ ਵਾ ਜਿਹਦੇ ਨਾਲ ਉਹਦੀ ਡੈਥ ਹੋਣ ਦੇ ਰੀਜ਼ਨ ਬਣਦੇ ਪਏ ਸੀ। If the dying declaration of the deceased was made even when no cause of death had arisen, even then also the statement will be relevant under section 32 clause number 1 of the act। तो कहने का मतलब आ कि अगर डाइंग डिक्लेरेशन एक डिसीज्ड व्यक्ति के द्वारा दी गई तो ਉਹਦੇ ਵਿੱਚ ਉਹਨੂੰ ਇਹ ਨਹੀਂ ਲੱਗਦਾ ਪਿਆ ਕਿ ਉਹਨੇ ਥੋੜੀ ਦੇਰ ਬਾਅਦ ਮਰ ਜਾਣਾ ਵਾ, ਪਰ ਉਹ ਮਰ ਗਿਆ, even then the statement which was given by the deceased will be relevant under section 32 clause number 1 of the act। FIR ਐਸ ਟਾਈਮ ਡਿਕਲੇਰੇਸ਼ਨ ਕੀ ਹੋ ਸਕਦੀ ਹੈ ਕਿ ਅਗਰ ਮੰਨ ਲਓ ਫॉर ਐਗਜ਼ਾਮਪਲ ਦੇ ਤੌਰ ਦੇ ਉੱਤੇ ਇੱਕ ਵਿਅਕਤੀ ਨੂੰ ਬਹੁਤ ਵੱਡੇ ਲੈਵਲ ਦੇ ਉੱਤੇ ਸੱਟਾਂ ਲੱਗੀਆਂ, ਉਹਨੇ ਸੱਟਾਂ ਲੱਗਦਿਆਂ ਨਾਲ ਹੀ ਇੱਕ FIR ਲੌਂਚ ਕਰ ਦਿੱਤੀ ਤੇ ਉਸ ਤੋਂ ਬਾਅਦ ਵਿੱਚ ਉਹ ਮਰ ਗਿਆ, ਫਿਰ ਉਸ ਟਾਈਮ ਦੇ ਉੱਤੇ ਜੋ FIR ਦੇ ਵਿੱਚ ਜੋ ਕੰਟੈਂਟਸ ਲਿਖੇ ਨੇ ਉਹੀ ਡਾਈਂਗ ਡਿਕਲੇਰੇਸ਼ਨ ਬਣ ਜੂਗੇ ਐਂਡ ਇਟ ਵਿਲ ਬੀ ਰੈਲੀਵੈਂਟ ਅੰਡਰ ਸੈਕਸ਼ਨ 32 clause number 1 as time declaration। when an injured person lodges an FIR and then dies, ਉਸ ਤੋਂ ਬਾਅਦ ਮਰ ਗਿਆ, it was held that FIR will be relevant as a dying declaration। In Munnu Raja and another versus state of Madhya Pradesh, the Supreme Court of India held that statement by injured person, अगर किसी injured व्यक्ति के द्वारा कोई statement दी गई है which is regarded as FIR, जो कि FIR ਦੇ ਤੌਰ ਦੇ ਉੱਤੇ ਰਿਕਾਰਡ ਹੋਗੀ, it can be treated as dying declaration। ਇਸ ਨੂੰ dying declaration ਦੇ ਤੌਰ ਦੇ ਉੱਤੇ ਅਸੀਂ ਟਵੀਟ ਕਰ ਸਕਦੇ ਹਾਂ and as such statement is admissible under section 32 of Indian Evidence Act 1872। dying declaration ਕੀ ਕਨਵਿਕਸ਼ਨ ਦਾ ਬੇਸ ਬਣ ਸਕਦੀ ਹੈ? ਯੈਸ, ਇਟ ਕੈਨ ਬੀ ਦ ਬੇਸ ਆਫ ਕਨਵਿਕਸ਼ਨ ਆਫ ਦੀ ਅਕਿਊਜ਼ਡ। ਅਗਰ ਡਾਈਂਗ ਡਿਕਲੇਰੇਸ਼ਨ ਸਾਨੂੰ ਪਤਾ ਲੱਗਦਾ ਹੈ ਕਿ ਸੱਚੀ ਸੀ, ਵੋਲੰਟਰਲੀ ਦਿੱਤੀ ਸੀ, ਬਿਨਾਂ ਕਿਸੇ ਦਬਾਅ ਤੋਂ ਦਿੱਤੀ ਸੀ, then it can be made the basis of conviction without any further corroboration। it was held by the Supreme Court of India in SP Devaraji versus State of Karnataka। ਮੰਨ ਲਓ ਅਗਰ ਇੱਕ ਵਿਅਕਤੀ ਨੂੰ ਲੱਗਦਾ ਪਿਆ ਸੀ ਕਿ ਸਟੇਟਮੈਂਟ ਦੇਣ ਦੇ ਟਾਈਮ ਦੇ ਉੱਤੇ ਕਿ ਮੈਂ ਥੋੜੀ ਦੇਰ ਬਾਅਦ ਮਰ ਜਾਣਾ ਵਾ, ਪਰ ਅਗਰ ਉਹ ਨਹੀਂ ਮਰਿਆ ਤੇ ਉਹਦੀ ਸਟੇਟਮੈਂਟ ਨੂੰ ਕੀ ਅਸੀਂ ਡਾਈਂਗ ਡਿਕਲੇਰੇਸ਼ਨ ਬੋਲਾਂਗੇ? ਆਨਸਰ ਹੈਗਾ ਨਹੀਂ। ਅਗਰ ਇੱਕ ਵਿਅਕਤੀ ਮਰਿਆ ਹੀ ਨਹੀਂ, ਹਾਊ ਇਟ ਕੈਨ ਬੀ ਸੈਡ ਟੂ ਬੀ ਡਾਈਂਗ ਡਿਕਲੇਰੇਸ਼ਨ? ਹਾਂ, ਇਟ ਵਿਲ ਬੀ ਰੈਲੀਵੈਂਟ under any other section but it will not be relevant under section 32 clause number 1। the question to ek baar main padha duna, the question arises when the dying declaration is recorded and declarant does not die, the declarant marya nahi, then what will be the evidentiary value of dying declaration? the dying declaration ਦੀ evidentiary value ਕੀ ਹੋਏਗੀ? if the declarant does not die, agar declarant nahi marda, then declarant can be used as a witness in the court against the accused। ਤੇ ਉਸ ਡਿਕਲੈਰੈਂਟ ਨੂੰ ਵਿਟਨੈਸ ਦੇ ਤੌਰ ਦੇ ਉੱਤੇ ਵਰਤਿਆ ਜਾ ਸਕਦਾ ਵਾ ਦੋਸ਼ੀ ਦੇ ਖਿਲਾਫ। ਫਿਰ ਪ੍ਰੋਸੀਕਿਊਸ਼ਨ ਵਿਟਨੈਸ ਦੇ ਤੌਰ ਦੇ ਉੱਤੇ ਉਹਨੂੰ ਐਗਜ਼ਾਮਿਨ ਕੀਤਾ ਜਾਊਗਾ, ਉਹਦੀ ਕ੍ਰਾਸ ਐਗਜ਼ਾਮੀਨੇਸ਼ਨ ਹੋਏਗੀ। ਹਾਂ, ਡਾਈਂਗ ਡਿਕਲੇਰੇਸ਼ਨ ਦੇ ਵਿੱਚ ਮਰੇ ਹੋਏ ਵਿਅਕਤੀ ਦੀ ਕ੍ਰਾਸ ਐਗਜ਼ਾਮੀਨੇਸ਼ਨ ਪੋਸੀਬਲ ਹੀ ਨਹੀਂ, ਬਿਕੋਜ਼ ਉਹ ਮਰ ਹੀ ਚੁੱਕਾ ਹੈ। if the declarant does not die, ਅਗਰ ਡਿਕਲੈਰੈਂਟ ਨਹੀਂ ਮਰਦਾ, then the statement cannot be admissible as dying declaration। ਤੇ ਉਸ ਨੂੰ ਡਾਈਂਗ ਡਿਕਲੇਰੇਸ਼ਨ ਦੇ ਤੌਰ ਦੇ ਉੱਤੇ ਅਸੀਂ ਐਡਮਿਸਿਬਲ ਨਹੀਂ ਕਰਨਾ, ਉਸ ਨੂੰ ਅਸੀਂ ਨਾਰਮਲ ਵਿਟਨੈਸ ਦੇ ਤੌਰ ਦੇ ਉੱਤੇ ਐਗਜ਼ਾਮਿਨ ਕਰਾਵਾਂਗੇ। ਸੋ ਐਟ ਦੀ ਐਂਡ what is the conclusion of dying declaration? ਕਿ ਪਹਿਲੇ ਨੰਬਰ ਦੇ ਉੱਤੇ dying declaration is one of the most important piece of evidence। dying declaration evidence ਦੇ ਵਿੱਚ ਇੱਕ ਬਹੁਤ important piece ਹੈਗਾ that is admissible in the court of law। it can be a sole base for conviction of the accused person। ਦੋਸ਼ੀ ਦੀ ਕਨਵਿਕਸ਼ਨ ਦੇ ਲਈ ਇੱਕ ਇਕੱਲਾ ਸੋਲ ਬੇਸ ਹੋ ਸਕਦਾ ਹੈ, ਇਹਦੇ ਬੇਸਿਸ ਦੇ ਉੱਤੇ ਕਿਸੇ ਦੋਸ਼ੀ ਨੂੰ ਸਜ਼ਾ ਦਿੱਤੀ ਜਾ ਸਕਦੀ ਆ। ਇਸ ਕਰਕੇ ਡਾਈਂਗ ਡਿਕਲੇਰੇਸ਼ਨ ਨੂੰ ਬੜੇ ਹੀ ਧਿਆਨ ਦੇ ਨਾਲ ਰਿਕਾਰਡ ਕਰਨਾ ਹੈ। hence it should be recorded carefully with all the precautions। ਤੇ ਇਸ ਡਾਈਂਗ ਡਿਕਲੇਰੇਸ਼ਨ ਦੇ ਵਿੱਚ ਕਿਸੇ ਤਰ੍ਹਾਂ ਦੀ ਟੈਂਪਰਿੰਗ ਨਹੀਂ ਹੋਣੀ ਚਾਹੀਦੀ, it should not be tempered by anyone। ਪਰ ਅਗਰ ਡਾਈਂਗ ਡਿਕਲੇਰੇਸ਼ਨ ਇਨਕੰਪਲੀਟ ਹੁੰਦੀ ਆ ਤਾਂ ਫਿਰ ਕੋਰਟ ਆਫ ਲਾਅ ਦੇ ਦੁਆਰਾ ਇਹਨੂੰ ਰਿਜੈਕਟ ਕਰਨਾ ਹੀ ਜ਼ਿਆਦਾ ਅੱਛਾ ਹੈ। if the dying declaration is incomplete, then it is very much to be rejected by the court। it is on the court discretion to check if the dying declaration is recorded carefully or not। ਕੋਰਟ ਨੇ ਡਾਈਂਗ ਡਿਕਲੇਰੇਸ਼ਨ ਦੇ ਉੱਤੇ ਫੈਸਲਾ ਦੇਣ ਤੋਂ ਪਹਿਲਾਂ ਇਹ ਚੈੱਕ ਕਰ ਸਕਦੀ ਆ ਕਿ ਡਾਈਂਗ ਡਿਕਲੇਰੇਸ਼ਨ ਕੇਅਰਫੁਲੀ ਰਿਕਾਰਡ ਕੀਤੀ ਗਈ ਸੀ ਜਾਂ ਨਹੀਂ ਸੀ ਕੀਤੀ ਗਈ। ਸੋ ਦਿਸ ਇਜ਼ ਸਮਥਿੰਗ ਅਬਾਊਟ ਡਾਈਂਗ ਡਿਕਲੇਰੇਸ਼ਨ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਡਾਈਂਗ ਡਿਕਲੇਰੇਸ਼ਨ ਦਾ ਇਹ ਲੈਕਚਰ ਪਸੰਦ ਆਇਆ ਹੋਊਗਾ। ਇਸ ਕਰਕੇ ਅਗਰ ਤੁਸੀਂ ਹੋਰ ਵੀ ਮੇਰੇ ਲੈਕਚਰ ਦੇਖਣਾ ਚਾਹੁੰਦੇ ਹੋ, then please subscribe my channel and like my videos। Thank you very much।